आओ असीं परमेश्वर का शुक्रिया अदा करते हैं जिस परमेश्वर ने साडे ते वड्डी किरपा की है, बहुत बड़ा फजल किया है कि असीं फिर अज तुहाडी सेवा विच हाजिर हैं। परमेश्वर ने सानू सेवकाई विच तुहाडे नाल वचन विचों गलबात करन दा फजल दिता है। तो अज दा साडा जिहड़ा वचन है जो असीं लैके तुहाडे तक पहुँचा रहे हैं, वो पढ़ते हैं बाइबल चों। कहोता की किताब है, इसका 12 बाप है, इसकी पहली आयत लेने और उसदे नाल असीं थोड़ा तुहाडे तक प्रभु की पवित्र बाणी लैके आउण लगे हैं। सो आओ सुनिए बाइबल चों कहोता की किताब, इसका 12 बाप है, ਉਹਦੀ ਪਹਿਲੀ ਆਇਤ ਤੋਂ ਸ਼ੁਰੂ ਕਰਦੇ ਹਾਂ। ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ, ਹਾਂਜੀ, ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ। ਠੀਕ ਹੈ ਜੀ। ਪਰ ਜੋ ਤਾੜ ਨੂੰ ਬੁਰਾ ਜਾਣਦਾ ਹੈ, ਉਹ ਪਸ਼ੂ ਵਰਗਾ ਹੈ। ਠੀਕ ਹੈ। ਭਲੇ ਮਾਨਸ ਤੋਂ ਯਹੋਵਾ ਪ੍ਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ। ਖੋਟ ਨਾਲ ਕੋਈ ਮਨੁੱਖ ਅਸਥਿਰ ਨਹੀਂ ਹੁੰਦਾ, ਠੀਕ ਹੈ। ਪਰ ਧਰਮੀਆਂ ਦੀ ਜੜ ਕਦੀ ਪੁੱਟੀ ਨਾ ਜਾਵੇਗੀ। ਹਾਂ, ਪਤਵੰਤੀ ਤੀਵੀਂ सो असीं एक होर ऐत पढ़ते हैं बाइबल चों, कहावतां की किताब 13 की 13। कहावतां 13:13। ਜਿਹੜਾ ਬਚਨ ਨੂੰ ਤੁਛ ਜਾਣਦਾ ਹੈ, ਹਾਂਜੀ, ਉਹ ਆਪਣਾ ਨਾਸ਼ ਕਰਦਾ ਹੈ। बाइबल लिखिया है, ਜਿਹੜਾ बचन ਨੂੰ तुछ जानदा है वो अपना नुकसान करता है। ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ, पर ਜਿਹੜਾ हुक्म ਦਾ ਭੈ ਮੰਨਦਾ ਹੈ, ਉਹਨੂੰ ਚੰਗਾ ਫਲ ਮਿਲਦਾ ਹੈ। ਉਸ ਨੂੰ ਇੱਕ ਚੰਗਾ ਫਲ ਪ੍ਰਾਪਤ ਹੁੰਦਾ ਹੈ। ਅੱਜ ਅਸੀਂ ਬਾਈਬਲ ਚੋਂ ਪੜ੍ਹਿਆ ਹੈ ਕਹਾਵਤਾਂ 12 ਦੀ ਪਹਿਲੀ, ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ ਉਹ ਗਿਆਨ ਦੇ ਨਾਲ ਪ੍ਰੀਤ ਰੱਖਦਾ ਹੈ। ਪਰ ਜੋ ਤਾੜ ਨੂੰ ਬੁਰਾ ਜਾਣਦਾ ਹੈ, ਉਹ ਪਸ਼ੂ ਵਰਗਾ ਹੈ। ਪਵਿੱਤਰ ਬਾਈਬਲ ਨੇ ਇਹ ਬੋਲਿਆ ਹੈ। ਕਹਾਵਤਾਂ ਦੀ ਕਿਤਾਬ ਸੁਲੇਮਾਨ ਦੀਆਂ ਕਹਾਵਤਾਂ ਵਿੱਚ ਅਸੀਂ ਇਹਨੂੰ ਲਿਆ ਹੈ ਕਿ ਉਹ ਜੋ ਤਾੜ ਨੂੰ ਬੁਰਾ ਜਾਣਦਾ ਹੈ, ਇੱਕ ਪਸ਼ੂ ਦੀ ਮਾਨਦ ਹੈ। ਪਸ਼ੂ ਦਾ ਮਤਲਬ ਕਿ ਜਿਹੜਾ ਪਸ਼ੂ ਹੈ ਉਸ ਨੂੰ ਕੋਈ ਖਾਸ ਇੰਨੀ ਜਿਸ ਤਰ੍ਹਾਂ ਇਨਸਾਨ ਨੂੰ ਅਕਲ ਹੁੰਦੀ ਹੈ ਔਰ ਉਹਨੂੰ ਨਹੀਂ ਹੁੰਦੀ। ਕਈ ਵਾਰ ਉਹ ਜਿੱਥੇ ਪੱਠੇ ਖਾਂਦਾ ਹੈ ਉੱਥੇ ਹੀ ਉਹ ਕਈ ਵਾਰ ਛਾਪ ਵੀ ਕਰ ਦਿੰਦਾ ਹੈ, ਕਈ ਵਾਰ ਉਸ ਆਪਣੀ ਖੁੱਲੇ 'ਚ ਫੋਰਸ ਵਗੈਰਾ ਵੀ ਕਰ ਦਿੰਦਾ ਹੈ। ਕਿਉਂਕਿ ਤਾਂ ਪਸ਼ੂ ਦਾ ਕਿਹਾ ਗਿਆ ਕਿ ਉਹਨੂੰ ਇੰਨੀ ਪਤਾ ਨਹੀਂ ਹੁੰਦਾ, ਭਾਵੇਂ ਉਹ ਆਪਣੇ ਮਾਲਕ ਨੂੰ ਪਛਾਣ ਵੀ ਲੈਂਦਾ, ਪਰ ਉਹਨੂੰ ਅਸਲ 'ਚ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਸੁਧਾਰ ਹੈ ਉਹ ਕਿਹਨੂੰ ਕਿਹਾ ਜਾਂਦਾ ਹੈ। ਪਰ ਜੋ ਸੁਧਾਰ ਨੂੰ ਔਰ ਸੁਧਰਨਾ ਨਹੀਂ ਚਾਹੁੰਦਾ, ਬਾਈਬਲ ਲਿਖਿਆ ਕਿ ਉਹ ਪਸ਼ੂ ਦੇ ਮਨ ਦੇ। तो कोई भी इंसान पशु नहीं बनना चाहता, कोई भी इंसान पशु नहीं बनना चाहता। पर जदों ਉਹਦੇ ਵਿੱਚ ਉਹ ਚੀਜ਼ ਨਹੀਂ ਹੈ, ਜਦੋਂ ਸੁਧਰਨਾ ਨਹੀਂ ਚਾਹੁੰਦਾ, तो ਬਾਈਬਲ 'ਚ ਇਹ ਆ ਗਿਆ ਹੈ ਕਿ ਜੇਕਰ ਉਹ ਇਸ ਗੱਲ ਨੂੰ ਗੌਰ ਵਿੱਚ ਲਿਆਉਂਦਾ ਹੈ, ਫਿਰ ਉਹ ਗਿਆਨ ਦੇ ਨਾਲ ਸੁਧਾਰ ਦੇ ਨਾਲ ਪ੍ਰੀਤ ਰੱਖਦਾ ਹੈ। ਪਰ ਜੇ ਕੋਈ ਉਸ ਚੀਜ਼ ਨੂੰ ਤੁਛ ਜਾਣਦਾ ਹੈ ਤਾਂ ਬਾਈਬਲ ਲਿਖਿਆ ਕਿ ਉਹ ਪਸ਼ੂ ਦੀ ਮਾਨਦ ਹੈ। ਇਹ ਬਾਈਬਲ ਦੀ ਗੱਲ ਹੈ, ਨਾ ਮੇਰੀ ਹੈ ਨਾ ਤੁਹਾਡੀ ਹੈ। ਇਹ ਬਚਨ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਆਓ ਅਸੀਂ ਇੱਕ ਸੰਦੇਸ਼ ਵਿੱਚੋਂ ਲੈਂਦੇ ਹਾਂ, ਨਬੀ ਦੇ ਸੰਦੇਸ਼ ਚੋਂ। ਪਰਮੇਸ਼ਰ ਦਾ ਬਚਨ ਬੇਪ੍ਰਤੀਤੀ ਨਾਲੋਂ ਪੂਰੀ ਤਰ੍ਹਾਂ ਅਲੱਗ ਹੋਣ ਲਈ ਬੁਲਾਉਂਦਾ ਹੈ। ਜਦੋਂ ਪਰਮੇਸ਼ਰ ਦੇ ਬਚਨ 'ਚ ਅਸੀਂ ਆ ਜਾਂਦੇ
ਤੇ ਪਰਮੇਸ਼ਵਰ ਦਾ ਵਚਨ ਬੇਪਰਤੀਤੀ ਨਾਲੋਂ ਪੂਰੀ ਤਰ੍ਹਾਂ ਸਾਨੂੰ ਅਲੱਗ ਹੋਣ ਲਈ ਬੁਲਾਉਂਦਾ ਹੈ। ਔਰ ਜਦੋਂ ਅਸੀਂ ਬਾਣੀ ਵਿੱਚ ਆਉਂਦੇ ਹਾਂ ਕਿ ਬਾਣੀ ਸਾਨੂੰ ਬੇਪਰਤੀਤੀ ਤੋਂ ਅਲੱਗ ਕਰਦੀ ਹੈ। ਔਰ ਜਦੋਂ ਤੁਸੀਂ ਜਾਂ ਮੈਂ ਬੇਪਰਤੀਤੀ ਤੋਂ, ਬੇਵਿਸ਼ਵਾਸੀ ਤੋਂ ਅਲੱਗ ਹੁੰਨੇ ਤੇ ਅਸੀਂ ਪਰਮੇਸ਼ਰ ਦੇ ਨਾਲ ਜੁੜਦੇ। ਅਗਰ ਅਸੀਂ ਬੇਪਰਤੀਤੀ ਕਰਦੇ ਹਾਂ ਔਰ ਸ਼ੱਕ ਕਰਦੇ ਹਾਂ, ਵਹਿਮਾਂ ਦੇ ਭਰੇ ਹੋਏ ਹਾਂ, ਫਿਰ ਸਾਡਾ ਸੁਧਾਰ ਨਹੀਂ ਹੋ ਸਕਦਾ। ਸੁਧਾਰ ਦਾ ਮਤਲਬ ਇਹ ਨਹੀਂ ਹੈ ਵੀ ਸ਼ੈਨ ਤੇ ਇਹ ਜਿਹੜੀ ਹੈ ਸੁਧਾਰ ਹੈ ਕੋਈ ਨਹਾ ਕੇ ਕਰਨਾ ਜਾਂ ਸੋਹਣੇ ਸੋਹਣੇ ਕੱਪੜੇ ਪਾ ਕੇ ਸੁਧਾਰ ਕਰਨਾ। ਨਹਾਉਣਾ ਪਾਪ ਨਹੀਂ ਤੇ ਨਵੇਂ ਕੱਪੜੇ ਪਾਉਣੇ ਪਾਪ ਨਹੀਂ, ਪਰ ਅਸੀਂ ਨਹਾ ਕੇ ਆਪਣਾ ਜਿਹੜਾ ਇਹ ਸਰੀਰ ਹੈ, ਜਿਹੜਾ ਤਨ ਹੈ, ਇਹਦਾ ਸੁਧਾਰ ਕਰ ਸਕਦੇ। ਕੱਪੜੇ ਚੰਗੇ ਪਾ ਕੇ ਅਸੀਂ ਬਾਹਰੀ ਪੱਖ ਸਾਡਾ ਸੁਧਰਿਆ ਹੋਵੇਗਾ। ਜਿਹੜਾ ਸਾਡਾ ਬਾਹਰੀ ਪੱਖ ਹੈ ਉਹ ਸਭ ਨੂੰ ਚੰਗਾ ਲੱਗੂਗਾ, ਉਹ ਸਭ ਨੂੰ ਬਹੁਤ ਅੱਛਾ ਲੱਗੂਗਾ, ਕਿਉਂਕਿ ਉਹ ਬਾਹਰੀ ਪੱਖ। ਨਹਾਉਣਾ, ਕੱਪੜੇ ਪਾਉਣੇ ਇਹ ਪਾਪ ਨਹੀਂ। ਪਰ ਜੇ ਕੋਈ ਆਖੇ ਵੀ ਇਹਦੇ ਨਾਲ ਹੀ ਮੈਂ ਸਹੀ ਹੋ ਗਿਆ, ਬਸ ਠੀਕ ਠਾਕ ਹੀ ਹੈ, ਹੁਣ ਕੋਈ ਗੱਲ ਹੀ ਨਹੀਂ ਹੈ, ਤੁਸੀਂ ਚਾਹੇ ਜਿੰਨਾ ਮਰਜ਼ੀ ਨਹਾ ਲਓ, ਜਿੰਨਾ ਤੁਸੀਂ ਜਾਂ ਮੈਂ ਮਰਜ਼ੀ ਨਹਾ ਲਈਏ, ਤੇ ਅਸੀਂ ਆਪਣੇ ਸਰੀਰ ਦਾ ਤੇ ਸੁਧਾਰ ਕਰ ਲਾਂਗੇ। ਹੋਣਾ ਚਾਹੀਦਾ। ਇਹਨਾਂ ਦਿਨਾਂ 'ਚ ਵੇਖਿਆ ਕਰੋਨਾ ਦੇ ਬਾਰੇ ਗੱਲ ਆਈ ਤੋ ਦੱਸਿਆ ਜਾਂਦਾ ਕਿ ਜੇ ਤੁਸੀਂ ਬਾਹਰੋਂ ਆਉਂਦੇ ਹੋ ਤੇ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ, ਚੰਗੀ ਤਰ੍ਹਾਂ ਧੋਵੋ, ਤਾਂ ਕਿ ਜਿਹੜਾ ਤੁਹਾਡਾ ਕੋਈ ਬਾਹਰੀ ਕੀਟਾਣੂ ਹੈ ਉਹ ਖਤਮ ਹੋ ਜਾਏ। ਹੁਣ ਇਹ ਜਿਹੜਾ ਕੀਟਾਣੂ ਹੈ ਇਹ ਬਾਹਰੀ ਹੈ, ਪਰ ਜਦੋਂ ਅਸੀਂ ਇਹਨੂੰ ਹੱਥਾਂ ਪੈਰਾਂ ਨੂੰ ਧੋਂਦੇ ਹਾਂ, ਨਹਾਉਂਦੇ ਹਾਂ, ਕਈ ਕੀਟਾਣੂ ਸਾਡੇ ਖਤਮ ਹੁੰਦੇ ਹੈ। ਮੇਰੀ ਕਰੋਨਾ ਦੀ ਗੱਲ ਨਹੀਂ ਹੈ, ਕਈ ਕੀਟਾਣੂ, ਬਿਮਾਰੀਆਂ ਦੇ ਕੀਟਾਣੂ ਪਤਾ ਨਹੀਂ ਕਿੰਨੇ ਹੁੰਦੇ ਸਾਨੂੰ ਚੁੰਬੜੇ, ਉਹ ਖਤਮ ਹੋ ਜਾਂਦੇ। ਪਰ ਜਦੋਂ ਅਸੀਂ ਅੰਦਰੂਨੀ ਪੱਖ ਨੂੰ ਲੈਣਾ ਹੈ, ਸੁਧਾਰ ਕਰਨਾ ਹੈ, ਆਪਣੇ ਜੀਵਨ ਦਾ ਸੁਧਾਰ ਕਰਨਾ ਹੈ, ਆਪਣੇ ਬੁਰੇ ਖਿਆਲਾਂ ਦਾ ਸੁਧਾਰ ਕਰਨਾ ਹੈ, ਉਹ ਤਾਂ ਭਾਈ ਐਦਾਂ ਹੋਣਾ ਹੈ ਕਿ ਅਸੀਂ ਜੀਵਨ ਦੇ ਵਿੱਚ ਪਵਿੱਤਰ ਬਾਣੀ ਨੂੰ ਲੈਣਾ, ਔਰ ਬਾਣੀ ਸਾਡਾ ਸੁਧਾਰ ਕਰਦੀ ਹੈ। ਬਾਣੀ ਸਾਡਾ ਸੁਧਾਰ ਕਰਦੀ ਹੈ, ਔਰ ਜਦ ਅਸੀਂ ਬਾਣੀ ਲੈਂਦੇ ਹਾਂ ਸਾਡੇ ਜੀਵਨ 'ਚ ਬਹੁਤ ਜ਼ਿਆਦਾ ਸੁਧਾਰ ਆਉਂਦੇ। ਮੰਨ ਲਓ ਕਿ ਇਸ ਤੋਂ ਪਿੱਛੇ ਅਸੀਂ ਆਪਣੇ ਜੀਵਨ 'ਚ ਧਰਤੀ ਦੀਆਂ ਚੀਜ਼ਾਂ ਨਾਲ ਪਿਆਰ ਕੀਤਾ ਹੈ, ਤੇ ਜਦ ਤੋਂ ਇਨਸਾਨ ਪ੍ਰਭੂ ਦੇ ਬਚਨ ਵਿੱਚ ਆ ਜਾਂਦਾ ਹੈ, ਹੁਣ ਆਪਣਾ ਮੁਕਤੀ ਦਾਤਾ ਗ੍ਰਹਿਣ ਕਰ ਲੈਂਦਾ ਹੈ, ਆਪਣਾ ਜੀਵਨ ਉਸ ਨੂੰ ਦੇ ਦਿੰਦਾ ਹੈ, ਫਿਰ ਉਹਦਾ ਅੰਦਰ ਦਾ ਸੁਧਾਰ ਹੁੰਦਾ ਹੈ। ਫਿਰ ਤੁਹਾਡਾ ਮੇਰਾ ਅੰਦਰ ਦਾ ਸੁਧਾਰ ਹੁੰਦਾ ਹੈ। ਜਦੋਂ ਸਾਡੇ ਜੀਵਨ ਦੇ ਵਿੱਚ ਇਸ ਹੈਕਲ ਦੇ ਅੰਦਰ ਇੱਕ ਵਧੀਆ ਡਰਾਈਵਰ ਬੈਠ ਜਾਂਦਾ ਹੈ, ਉਹ ਹੈ ਸਾਡਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ। ਫਿਰ ਉਹ ਸਾਨੂੰ ਅੱਛੇ ਤਰੀਕੇ ਨਾਲ ਚਲਾਉਂਦਾ ਹੈ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਇਹ ਸਭ ਉਹਦੀ ਕਿਰਪਾ ਦੇ ਨਾਲ ਹੀ ਕਰਦੇ ਹਾਂ। ਆਪਣੀ ਤਾਕਤ ਨਾਲ ਤੁਸੀਂ ਤੇ ਦੁਆ ਵੀ ਨਹੀਂ ਕਰ ਸਕਦੇ, ਮੈਂ ਵੀ ਨਹੀਂ ਕਰ ਸਕਦਾ। ਸੋ ਅਸੀਂ ਬਾਹਰੀ ਵੀ ਆਪਣਾ ਸੁਧਾਰ ਕਰਨਾ ਹੈ, ਅੰਦਰੂਨੀ ਵੀ ਸੁਧਾਰ ਕਰਨਾ ਹੈ। ਜਦੋਂ ਇੱਕ ਬੰਦਾ ਮਸੀਹ ਬਣਦਾ ਹੈ,
ਮਸੀਹ ਜੀਵਨ ਲੈਂਦਾ ਹੈ, ਫਿਰ ਉਹਦੇ ਜੀਵਨ 'ਚ ਬੜੇ ਵਚਨ ਸੁਧਾਰ ਕਰਦੀ ਹੈ। ਅਸੀਂ ਸੰਦੇਸ਼ 'ਚੋਂ ਲੈਣ ਲੱਗੇ ਹਾਂ, ਪਰਮੇਸ਼ਰ ਦਾ ਵਚਨ ਬੇਪ੍ਰਤੀਤੀ ਨਾਲੋਂ ਪੂਰੀ ਤਰ੍ਹਾਂ ਅਲੱਗ ਹੋਣ ਲਈ ਬੁਲਾਉਂਦਾ ਹੈ। ਸੰਦੇਸ਼ ਔਰ ਸਫਾ ਹੈ 11 ਔਰ ਦੀ ਅਸੀਂ ਤੁਹਾਡੇ ਨਾਲ 59 ਐਤ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਆਓ ਅਸੀਂ ਪੜ੍ਹਦੇ ਹਾਂ ਬੱਚੇ ਦੇ ਨਾਲ ਔਰ ਸੁਣਦੇ। ਆਓ ਪੜ੍ਹੀਏ। ਪਰ ਜਦੋਂ ਇੱਕ ਮਨੁੱਖ ਨੇਚਾਵਾਨ ਬਣਨ ਲਈ ਨੇਚਾਵਾਨ ਬਣਦੇ ਲਈ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ, ਇਸ ਸੰਸਾਰ ਦੇ ਵਿੱਚ ਪੈਦਾ ਹੁੰਦਾ ਹੈ, ਅਤੇ ਜਦੋਂ ਉਹ ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰ ਲੈਂਦਾ ਹੈ ਜੋ ਖੁਦਾ ਦੇ ਬਚਨ ਦਾ ਵਿਰੋਧ ਕਰਦੀ ਹੈ, ਤਾਂ ਉਹ ਇੱਕ ਨਜ਼ੀਰ ਬਣ ਜਾਂਦਾ ਹੈ। ਉਹ ਇੱਕ ਵੱਖਰੀ ਕਿਸਮ ਬਣਦਾ ਹੈ, ਉਹ ਇੱਕ ਨਜ਼ੀਰ ਬਣਦਾ ਹੈ। ਨਜ਼ੀਰ ਦਾ ਮਤਲਬ ਹੈ ਕਿ ਇੱਕ ਖਾਸ ਚੀਜ਼, ਵੱਖਰਾਪਨ, ਜੋ ਇਨਸਾਨ ਆਪਣੇ ਆਪ ਨੂੰ ਸੁਧਾਰਦਾ ਹੈ। ਕਾਹਦੇ ਨਾਲ? ਬਾਣੀ ਨਾਲ। ਮੈਂ ਬਾਹਰੀ ਪੱਖ ਬਾਰੇ ਵੀ ਤੁਹਾਡੇ ਨਾਲ ਦੱਸ ਦਿੱਤਾ ਤੇ ਅੰਦਰੂਨੀ ਬਾਰੇ ਵੀ ਅਸੀਂ ਦੱਸਣ ਰਹੇ ਹਾਂ। ਜਦੋਂ ਵੀ ਕੋਈ ਇਨਸਾਨ ਬਾਣੀ ਨਾਲ ਮਿਲ ਜਾਂਦਾ ਹੈ, ਫਿਰ ਬਾਣੀ ਉਹਦਾ ਸੁਧਾਰ ਕਰਦੀ ਹੈ। ਫਿਰ ਬਾਣੀ ਤੁਹਾਡਾ ਮੇਰਾ ਸੁਧਾਰ ਕਰਦੀ ਹੈ। 59 ਐਤ ਤੋਂ ਫਿਰ ਸ਼ੁਰੂ ਕਰਦੇ ਹਾਂ। ਪਰ ਜਦੋਂ ਇੱਕ ਮਨੁੱਖ ਜਾਂ ਭੈਣ ਜਾਂ ਨੌਜਵਾਨ ਜਾਂ ਬਜ਼ੁਰਗ ਔਰ ਕੀ ਕਰਦਾ ਹੈ? ਨੇਚਾਵਾਨ ਬਣਨ ਲਈ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ। ਜਦੋਂ ਇਸ ਸੰਸਾਰ ਅਸੀਂ ਸਭ ਤੋਂ ਪਹਿਲਾਂ ਆਪਣੇ ਮਾਂ-ਬਾਪ ਤੋਂ ਪੈਦਾ ਹੁੰਦੇ ਹਾਂ। ਜਦੋਂ ਅਸੀਂ ਆਪਣੇ ਮਾਂ-ਬਾਪ ਤੋਂ ਪੈਦਾ ਹੁੰਦੇ ਹਾਂ ਔਰ ਇਹ ਸਾਡਾ ਜਨਮ ਵੱਖਰਾ ਹੈ, ਇਹ ਸਰੀਰਕ ਜਨਮ ਹੈ। ਇਸ ਸਰੀਰਕ ਮਾਂ-ਬਾਪ ਦੀ ਖਵਾਇਸ਼ ਨਾਲ ਅਸੀਂ ਪੈਦਾ ਹੋਏ ਹਾਂ। ਉਹਦੇ ਵਿੱਚ ਸਾਡੇ ਜੀਵਨ 'ਚ ਸਾਡੇ ਮਾਂ-ਬਾਪ ਔਰ ਸਾਡੇ ਜਿਹੜੇ ਮਾਂ-ਬਾਪ ਹੁੰਦੇ ਆ, ਉਹਨਾਂ ਤੋਂ ਅਸੀਂ ਪੈਦਾ ਹੁੰਦੇ ਹਾਂ, ਉਹਨਾਂ ਦੀ ਖਵਾਇਸ਼ ਤੋਂ। ਔਰ ਜਦ ਅਸੀਂ ਉਹਨਾਂ ਦੀ ਖਵਾਇਸ਼ ਤੋਂ ਪੈਦਾ ਹੁੰਦੇ ਹਾਂ, ਅਸੀਂ ਇੱਕ ਪਾਪੀ ਮਾਂ-ਬਾਪ ਤੋਂ ਪੈਦਾ ਹੋਏ। ਪਰ ਜਦੋਂ ਬੰਦਾ ਵੱਡਾ ਹੋ ਜਾਂਦਾ ਹੈ, ਜਦੋਂ ਅਸੀਂ ਆਪਣੇ ਮਾਂ-ਬਾਪ ਤੋਂ ਪੈਦਾ ਹੋਏ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਕਿ ਉਹ ਇੱਕ ਸਰੀਰਕ ਨਾਤਾ ਹੈ। ਅਸੀਂ ਮਾਂ-ਬਾਪ ਤੋਂ ਪੈਦਾ ਹੋਏ, ਪਰ ਜਿਹੜਾ ਰੂਹਾਨੀ ਜੀਵਨ ਹੈ, ਜਿਹੜਾ ਇੱਕ ਰੂਹਾਨੀ ਜੀਵਨ ਹੈ, ਅੰਦਰੂਨੀ ਜੀਵਨ ਹੈ, ਔਰ ਉਹ ਜਦੋਂ ਅਸੀਂ ਇਸ ਧਰਤੀ ਤੇ ਜਦੋਂ ਵੱਡੇ ਹੁੰਦੇ ਹਾਂ, ਅਸੀਂ ਆਪਣੇ ਮਾਂ-ਬਾਪ ਤੋਂ ਨਹੀਂ, ਫਿਰ ਅਸੀਂ ਪਵਿੱਤਰ ਵਚਨ ਤੋਂ ਪੈਦਾ ਹੁੰਦੇ ਹਾਂ। ਵਚਨ ਤੋਂ ਜੋ ਇਨਸਾਨ ਪੈਦਾ ਹੁੰਦਾ ਹੈ ਔਰ ਉਹ ਇੱਕ ਸੱਚਾ ਨਿਹਚਾਵਾਨ ਬਣਨ ਵਾਸਤੇ ਤੁਰ ਪਿਆ, ਉਹ ਪੈਦਾ ਹੋ ਗਿਆ। ਔਰ ਜਦੋਂ ਪੈਦਾ ਹੋ ਗਿਆ, ਉਹਦੀਆਂ ਚਾਲ ਚੱਲਣ ਬਦਲ ਜਾਣਗੇ, ਕਿਉਂਕਿ ਉਹ ਰੋਜ਼ ਬਰੋਜ਼ ਉਸ ਇਨਸਾਨ ਦਾ ਸੁਧਾਰ ਹੋ ਰਿਹਾ। ਭਾਵੇਂ ਇਸ ਤੋਂ ਪਹਿਲਾਂ ਮੱਤ ਜਿਹੜੀ ਹੈ ਉਹ ਪਸ਼ੂਆਂ ਵਰਗੀ ਹੋਵੇ, ਪਰ ਜਦ ਇਨਸਾਨ ਇੱਕ ਨਿਹਚਾਵਾਨ ਬਣਦਾ ਹੈ ਵਚਨ ਦੇ ਨਾਲ, ਜਦੋਂ ਵਚਨ ਦੇ ਨਾਲ ਕੋਈ ਵੀ ਨਿਹਚਾਵਾਨ ਬਣਦਾ ਹੈ ਔਰ ਮਸੀਹ ਵਿੱਚ ਉਹ ਪੈਦਾ ਹੁੰਦਾ ਹੈ, ਚਾਹੇ ਉਹ ਬੁਢਾਪੇ ਵਿੱਚ ਤੋਬਾ ਕਰ ਲੈ, ਚਾਹੇ ਉਹ ਜਵਾਨੀ 'ਚ ਤੋਬਾ ਕਰ ਲੈ, ਪਰ ਭਾਵੇਂ ਉਹਦੀ ਉਮਰ ਜਿੰਨੀ ਮਰਜ਼ੀ ਨਿਕਲ ਜਾਏ, ਪਰ ਜਦੋਂ ਉਹ ਇਨਸਾਨ ਆਪਣਾ ਜੀਵਨ ਦਿੰਦਾ, ਭਾਵੇਂ 75 ਸਾਲਾਂ ਦਾ ਹੋਵੇ। ਮਾਂ-ਬਾਪ ਦੀ ਜਦੋਂ ਪੈਦਾ ਹੋਇਆ ਉਹਦੀ ਉਮਰ 75 ਸਾਲ ਦੀ ਵੀ ਹੋ ਗਈ,
ਪਰ ਜਿੱਦਣ ਉਹਨੂੰ ਪਤਾ ਲੱਗਿਆ ਕਿ ਮੈਨੂੰ ਇੱਕ ਨਿਹਚਾਵਾਨ ਬਣਨ ਵਾਸਤੇ ਆਪਣਾ ਜੀਵਨ ਪਰਮੇਸ਼ਰ ਨੂੰ ਦੇਣਾ ਚਾਹੀਦਾ ਹੈ, ਤੌਬਾ ਕਰਨੀ ਚਾਹੀਦੀ ਹੈ, ਪ੍ਰਭੂ ਯਿਸੂ ਮਸੀਹ ਦੇ ਨਾਲ ਚੋਸਮਾ ਪਾਉਣਾ ਚਾਹੀਦਾ ਹੈ, ਫਿਰ ਉਹ ਇੱਕ ਨਿਹਚਾਵਾਨ ਬਣ ਲਈ ਸ਼ੁਰੂ ਹੋ ਗਿਆ, ਤਿਆਰ ਹੋ ਗਿਆ। ਉਹਦੇ ਅੰਦਰ ਹਰ ਗੱਲ ਜਿਹੜੀ ਬਾਈਬਲ ਦੀ ਆ ਰਹੀ ਹੈ ਉਹ ਰੋਜ਼ ਬਰੋਜ਼ ਸੁਧਰਦਾ ਹੈ। ਬਾਣੀ ਸਾਡਾ ਸੁਧਾਰ ਕਰਦੀ ਹੈ, ਬਾਣੀ ਸਾਡਾ ਇੰਨਾ ਸੁਧਾਰ ਕਰਦੀ ਹੈ, ਫਿਰ ਸਾਡਾ ਅੰਦਰ ਦੇ ਖਿਆਲ, ਸਾਡੇ ਅੰਦਰ ਦੇ ਵਿਚਾਰ ਔਰ ਸਾਡੇ ਬਦਲਦੇ। ਹਰ ਰੋਜ਼ ਜਦੋਂ ਅਸੀਂ ਦੁਆ ਕਰਦੇ ਹਾਂ, ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ, ਫਿਰ ਸਾਡੇ ਜਿਹੜੇ ਉਹ ਖਿਆਲ ਨੇ, ਵਿਚਾਰ ਨੇ, ਦਿਨ ਬਾ ਦਿਨ ਤਬਦੀਲ ਹੁੰਦੇ ਜਾਂਦੇ, ਕਿਉਂਕਿ ਅਸੀਂ ਸੁਧਾਰ ਦੇ ਨਾਲ ਪ੍ਰੀਤ ਲਾਈ। ਸੁਧਰਨ ਦਾ ਸਾਡੇ ਜੀਵਨ 'ਚ ਇੱਕ ਪੱਖ ਆ ਗਿਆ। ਜੇ ਤੇ ਕੋਈ ਸੁਧਰਨਾ ਚਾਹੇ ਤੇ ਫਿਰ ਉਹਨੂੰ ਬਸ ਥੋੜਾ ਇਸ਼ਾਰਾ ਕਰ ਦੋ ਬਾਣੀ ਦਾ, ਉਹਨੂੰ ਪਤਾ ਲੱਗ ਜਾਏਗਾ ਇੱਥੇ ਵੀ ਮੇਰੀ ਕਮੀ, ਇੱਥੇ ਵੀ ਮੇਰੀ ਕਮਜ਼ੋਰੀ ਹੈ, ਇੱਥੇ ਵੀ ਮੈਂ ਘੱਟ ਹਾਂ। ਜਿਉਂ ਕਹੀ ਜਾਂਦਾ ਮੈਂ ਇੱਥੇ ਵੀ ਘੱਟ ਹਾਂ, ਇੱਥੇ ਵੀ ਘੱਟ ਹਾਂ, ਸਮਝ ਲਓ ਕਿ ਉਸ ਭੈਣ ਦਾ, ਉਸ ਭਾਈ ਦਾ ਸੁਧਾਰ ਹੋ ਰਿਹਾ, ਉਸ ਭਾਈ ਦਾ, ਉਸ ਭੈਣ ਦਾ, ਬਜ਼ੁਰਗ ਦਾ, ਨੌਜਵਾਨ ਦਾ ਇੱਕ ਸੁਧਾਰ ਹੋ ਰਿਹਾ ਹੈ। ਪਰ ਹੋ ਕਿਹਦੇ ਨਾਲ ਰਿਹਾ? ਬਾਣੀ ਨਾਲ। ਬਾਣੀ ਜਿਹੜੀ ਹੈ ਉਹ ਤੁਹਾਡਾ ਮੇਰਾ ਸੁਧਾਰ ਕਰਦੀ ਹੈ। ਪੌਲੁਸ ਦੇ ਬਾਰੇ ਅਸੀਂ ਦੇਖ ਸਕਦੇ ਹਾਂ, ਜਦੋਂ ਉਹਦਾ ਪਿਛੋਕੜ ਜੀਵਨ ਸੀ, ਉਹ ਮਸੀਹ ਲੋਕਾਂ ਦਾ ਕਤਲੇਆਮ ਕਰਦਾ ਸੀ, ਮਸੀਹ ਲੋਕਾਂ ਨੂੰ ਮਾਰਦਾ ਸੀ, ਮਸੀਹ ਲੋਕਾਂ ਨੂੰ ਤਸੀਹੇ ਦਿੰਦਾ ਸੀ, ਕਿਉਂਕਿ ਉਹਦਾ ਜਿਹੜਾ ਜੀਵਨ ਹੈ ਉਸ ਤੋਂ ਪਹਿਲਾਂ ਸੁਧਰਿਆ ਨਹੀਂ ਸੀ, ਉਹਦਾ ਜੀਵਨ ਨਹੀਂ ਸੁਧਰਿਆ। ਪਰ ਜਦ ਉਹ ਮਸੀਹ ਲੋਕਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਦਾ ਹੈ, ਦੱਸਿਆ ਕਿ ਇੱਕ ਵਾਰੀ ਉਹ ਦਮਿਸ਼ਕ ਨੂੰ ਜਾ ਰਿਹਾ, ਉਦੋਂ ਸੁਧਰਿਆ ਨਹੀਂ ਸੀ ਉਹ, ਉਦੋਂ ਤਾਂ ਬੰਦਾ ਬੜਾ ਵਿਗੜਿਆ ਸੀ, ਉਦੋਂ ਤੋਂ ਕਹਿੰਦਾ ਕਿ ਮਸੀਹ ਤਾਂ ਮਰ ਗਿਆ ਹੈ, ਮਸੀਹ ਤਾਂ ਕੁਛ ਹੈ ਹੀ ਨਹੀਂ। ਅੱਜ ਵੀ ਤੇ ਜਿਹੜਾ ਬੰਦਾ ਵਿਗੜਿਆ ਹੁੰਦਾ ਹੈ ਉਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੀ ਰਹਿੰਦਾ, ਪਰ ਜਿਹੜਾ ਸੁਧਰਦਾ ਹੈ, ਉਹ ਸੁਧਰਨ ਵਾਲਾ ਬੰਦਾ ਕਦੀ ਵੀ ਬਾਣੀ ਦੇ ਅੱਗੇ ਨਹੀਂ ਆਕੜਦਾ। ਪਰ ਜੋ ਵਿਗੜਿਆ ਹੁੰਦਾ ਹੈ ਉਹਨੇ ਹਮੇਸ਼ਾ ਬਾਣੀ ਦੇ ਅੱਗੇ ਆਕੜਨਾ। ਫਿਰੌਨ ਬਾਣੀ ਦੇ ਨਾਲ ਆਕੜਿਆ, ਫਿਰੌਨ ਆਕੜਿਆ, ਮਿਸਰ ਦਾ ਰਾਜਾ ਆਕੜਿਆ, ਤੇ ਜਦੋਂ ਉਹ ਆਕੜਿਆ ਕਿਉਂਕਿ ਉਹਦਾ ਸੁਧਾਰ ਨਹੀਂ ਸੀ ਹੋਇਆ ਔਰ ਉਹਦਾ ਸੁਧਰ ਪੱਖ ਨਹੀਂ ਸੀ ਹੁੰਦਾ। ਪਰ ਇਹਦੇ ਬਾਰੇ ਤੁਹਾਨੂੰ ਬਹੁਤ ਵਾਰੀ ਦੱਸਿਆ ਹੈ, ਪਰ ਜਿਉਂ ਹੀ ਉਹ ਆਕੜਿਆ ਫਿਰ ਉਹਦਾ ਵਿਗਾੜ ਹੋਇਆ, ਉਹਦਾ ਆਪਣਾ ਵਿਗਾੜ ਹੋਇਆ, ਉਹਦੀਆਂ ਫੌਜਾਂ ਦਾ, ਉਹਨਾਂ ਦੇ ਰੱਥ ਸਾਰੇ ਲਾਲ ਸਮੁੰਦਰ ਵਿੱਚ ਰੁੜ ਗਏ। ਅਗਰ ਜਦ ਹੀ ਮੂਸਾ ਤੇ ਗਿਆ ਸੀ ਤਾਂ ਕਹਿੰਦਾ, ਮੂਸਾ ਨੇ ਕਿਹਾ ਕਿ ਮੇਰੇ ਪਰਮੇਸ਼ਵਰ ਦਾ ਇਹ ਮਤਲਬ ਫਰਮਾਨ ਹੈ, ਇਹ ਉਹਦਾ ਮੈਸੇਜ ਹੈ। ਮੂਸਾ ਕਹਿ ਰਿਹਾ ਕਿ ਭਾਈ ਆਹ ਗੱਲ ਹੈ, ਤੂੰ ਮੇਰੀ, ਉਹਨੇ ਪਰਮੇਸ਼ਵਰ ਨੇ ਕਿਹਾ ਕਿ ਮੇਰੀ ਪਰਜਾ ਨੂੰ ਜਾਣ ਦੇ। ਉਦੋਂ ਹੀ ਉਹ ਕਹਿੰਦਾ ਵੀ ਠੀਕ ਹੈ, ਜੇ ਗੱਲ ਪਰਮੇਸ਼ਵਰ ਦੀ ਹੈ ਤੇ ਮੈਨੂੰ ਇਹਦੇ ਅੱਗੇ ਕੋਈ ਵੀ ਆਕੜਨ ਦੀ ਲੋੜ ਨਹੀਂ। ਤੇ ਜੇ ਉਹ ਏਦਾਂ ਕਰਦਾ ਤੇ ਉਹਦਾ ਵੀ ਸੁਧਾਰ ਹੋ ਜਾਣਾ ਸੀ, ਉਹਦੇ ਸਾਰੇ ਮਿਸਰ ਦਾ ਸੁਧਾਰ ਹੋ ਜਾਣਾ ਸੀ, ਸਾਰਾ ਮਿਸਰ ਬਚ ਜਾਣਾ ਸੀ, ਸਾਰੀਆਂ ਫੌਜਾਂ ਬਚ ਜਾਣੀਆਂ ਸਨ। ਅੱਜ ਵੀ ਤੇ ਵੇਖੋ ਸੰਸਾਰ ਜਿਹੜਾ ਹੈ ਉਲਝਣ ਵਿੱਚ, ਅੱਜ ਵੀ ਸੰਸਾਰ ਜਿਹੜਾ ਬੜੀ ਵੱਡੀ ਇੱਕ ਉਲਝਣ ਵਿੱਚ, ਅੱਜ ਵੀ ਸੰਸਾਰ ਜਿਹੜਾ ਹੈ ਉਹ ਸੁਧਰਨ ਦੇ ਬੰਨੇ ਨਹੀਂ ਆ ਰਹੇ ਕਿ ਸਾਡਾ ਸੁਧਾਰ ਹੋ ਜਾਏ। ਕੋਈ ਵੀ ਵਰਲਡ ਦੇ ਅੰਦਰ ਕੋਈ ਵੀ ਐਸਾ ਨਹੀਂ ਲੱਭਦਾ ਜੋ ਕੋਈ ਕਵੇ ਕਿ ਪਰਮੇਸ਼ਵਰ ਇਹ ਜਿਹੜੀ ਕਰੋਪੀ ਹੈ, ਇਹ ਜਿਹੜੀ ਕਰੋਪੀ ਹੈ ਇਹਨੂੰ ਟਾਲ ਦੇ, ਵੀ ਇਹਦਾ ਕੋਈ ਇਲਾਜ ਨਹੀਂ ਹੈ,
ਦੇਖੋ ਇਹ ਕਰੋਪੀਆਂ ਹੁੰਦੀਆਂ, ਜਦੋਂ ਅਸੀਂ ਸਭ ਇਹਨਾਂ ਕਰੋਪੀਆਂ ਤੋਂ ਬਚਣ ਵਾਸਤੇ ਆਪਣੇ ਪਰਮੇਸ਼ਰ ਅੱਗੇ ਸੁਧਰੀਏ, ਅਸੀਂ ਆਪਣਾ ਸੁਧਾਰ ਕਰੀਏ, ਆਪਣੇ ਪ੍ਰਭੂ ਦੇ ਅੱਗੇ ਨੀਵੇਂ ਹੋ ਜਾਈਏ, ਆਪਣੇ ਪ੍ਰਭੂ ਨੂੰ ਕਹੀਏ ਕਿ ਪਰਮੇਸ਼ਰ ਤੂੰ ਸਾਨੂੰ ਮਾਫ ਕਰ ਦੇ। ਇਹੀ ਸੁਧਰਨ ਦਾ ਪੱਖ ਹੈ, ਇਹੀ ਨੀਵੇਂ ਹੋਣ ਦਾ ਪੱਖ ਹੈ। ਅਗਰ ਅਸੀਂ ਨੀਵੇਂ ਨਹੀਂ ਹੁੰਦੇ, ਸਗੋਂ ਹੀ ਆਕੜਦੇ ਹਾਂ, ਸਗੋਂ ਹੀ ਘਮੰਡੀ ਹੁੰਦੇ ਹਾਂ। ਬਾਈਬਲ ਲਿਖਿਆ ਕਿ ਜਦ ਵੀ ਇਨਸਾਨ ਦੇ ਦਿਨ ਬੁਰੇ ਆਉਂਦੇ ਹਨ, ਉਸ ਤੋਂ ਪਹਿਲਾਂ ਉਸ ਬੰਦੇ ਦੇ ਅੰਦਰ ਬੜਾ ਵੱਡਾ ਘਮੰਡ ਆਉਂਦਾ ਹੈ, ਤੇ ਫਿਰ ਉਹ ਘਮੰਡੀ ਬਣੀ ਜਾਊਗਾ, ਉਹ ਸੁਧਰਨ ਵਾਲੇ ਬੰਨੇ ਨਹੀਂ ਆਊਗਾ। ਅੱਜ ਵੀ ਆ ਦੇਖੋ ਕਿੱਥੋਂ ਇਹ ਬਿਮਾਰੀ ਚੱਲੀ ਹੈ ਨਾ, ਕੋਵਾ ਕਾਫਰ ਦੂਰ, ਤੇ ਕਿੱਥੇ ਆ ਗਏ। ਮੈਂ ਇਹ ਗੱਲ ਕਰਦਾ ਹਾਂ ਵੀ ਇਹ ਹੈਗੀਆਂ ਨੇ, ਇਹ ਸਭ ਵਿਗੜੇ ਪੱਖਾਂ ਦੀ ਗੱਲ, ਕਿਉਂਕਿ ਹਰ ਬੰਦਾ ਜਦੋਂ ਕੋਈ ਪ੍ਰਾਰਥਨਾ ਕਰਦਾ ਹੈ ਆਪਣੇ ਆਪਣੇ ਧਰਮ ਦੇ ਮੁਤਾਬਕ ਕੁਛ ਕਰਦਾ ਹੀ ਹੈ, ਪਰ ਉਹ ਥੋੜਾ ਸਮਾਂ ਹੀ ਉੱਥੇ ਜਾ ਕੇ ਸੁਧਰਦਾ। ਚਰਚ ਲਾ ਲਓ, ਗੁਰਦੁਆਰਾ ਲਾ ਲਓ, ਮੰਦਰ ਲਾ ਲਓ, ਮਸਜਿਦ ਲਾ ਲਓ, ਤੇ ਸੁਧਰਨ ਵਾਸਤੇ ਜਾਈਦਾ ਉੱਥੇ। ਪ੍ਰਭੂ ਦੇ ਘਰ 'ਚ ਤੇ ਭਾਈ ਸੁਧਰਨ ਵਾਸਤੇ ਜਾਣਾ ਹੈ, ਭਈ ਅਸੀਂ ਵਿਗੜਨ ਵਾਸਤੇ ਨਹੀਂ ਜਾਣਾ, ਅਸੀਂ ਤਾਂ ਸੁਧਰਨਾ ਹੀ ਹੈ। ਬਾਣੀ ਸਾਡਾ ਸੁਧਾਰ ਕਰਦੀ ਹੈ। ਅੱਜ ਵੀ ਮੈਂ ਵਿਸ਼ਵਾਸ ਕਰਦਾ ਹਾਂ, ਇਹ ਕੋਈ ਮੇਰੀ ਗੱਲ ਨਹੀਂ, ਇਹ ਤਾਂ ਭਾਈ ਪਰਮੇਸ਼ਵਰ ਦੀ ਗੱਲ ਹੈ। ਅਗਰ ਕੋਈ ਇਨਸਾਨ ਸੁਧਰਨਾ ਚਾਹੇ, ਪਰਮੇਸ਼ਵਰ ਜ਼ਰੂਰ ਉਸ ਬੰਦੇ ਦਾ ਭਲਾ ਕਰਦਾ, ਕਿਉਂਕਿ ਭਲਾਈ ਪਰਮੇਸ਼ਰ ਪਾਸ ਹੈ, ਚੰਗਾਈ ਪਰਮੇਸ਼ਰ ਪਾਸ ਹੈ। ਅਸੀਂ ਆਪਣੀ ਤਾਕਤ ਨਾਲ, ਆਪਣੀ ਸ਼ਕਤੀ ਨਾਲ, ਆਪਣੇ ਬਲ ਨਾਲ, ਆਪਣੀਆਂ ਸੋਚਾਂ ਨਾਲ ਕੁਛ ਵੀ ਨਹੀਂ ਕਰ ਸਕਦੇ। ਬੋਲੋ, ਕੁਝ ਵੀ ਨਹੀਂ ਕਰ ਸਕਦੇ। ਅਸੀਂ ਕਿਸੇ ਦਾ ਇਲਾਜ ਨਹੀਂ ਕਰ ਸਕਦੇ, ਅਸੀਂ ਕਿਸੇ ਦਾ ਵੀ ਕੁਛ ਨਹੀਂ ਕਰ ਸਕਦੇ। ਕੋਈ ਸਭ ਡਾਕਟਰ ਜਿਹੜੇ ਆ, ਉਹਨਾਂ ਦੀਆਂ ਬਾਹਾਂ ਖੜੀਆਂ, ਕਿਉਂਕਿ ਇਹ ਗੱਲ ਇੱਥੇ ਮੈਂ ਤੁਹਾਡੇ ਨਾਲ ਲੈ ਕੇ ਆ ਰਿਹਾ। ਅਗਰ ਇੰਨੀ ਇਸ ਜਿੰਨਾ ਇੰਟਰਲੌਕ ਲੱਗ ਗਿਆ, ਕਿੰਨੇ ਚਿਰ ਦਾ ਲੱਗਿਆ ਹੈ ਜੀ, ਮਤਲਬ ਲੋਕਡਾਊਨ ਜਿਹੜਾ ਹੋ ਗਿਆ, ਕਿੰਨਾ ਸਮੇਂ ਹੋ ਗਿਆ, 1.5 ਮਹੀਨਾ 2 ਮਹੀਨੇ ਲਾ ਲਓ। ਇਹੀ 2 ਮਹੀਨੇ ਜੇ ਕੋਈ ਇਨਸਾਨ ਆਪਣਾ ਸੁਧਰਨ ਵਾਲੇ ਬੰਨੇ ਆ ਜਾਏ ਕਿ ਪਰਮੇਸ਼ਰ ਸਾਨੂੰ ਮਾਫ ਕਰ ਦੇ, ਪਰਮੇਸ਼ਰ ਸਾਡੇ ਤੇ ਦਇਆ ਕਰ ਦੇ, ਪਰਮੇਸ਼ਰ ਸਾਡੇ ਤੇ ਭਲਾ ਕਰ ਦੇ, ਸਾਡੇ ਬੱਚਿਆਂ ਦਾ ਭਲਾ ਕਰ ਦੇ, ਸਾਡੇ ਦੇਸ਼ ਦਾ, ਵਿਦੇਸ਼ ਦਾ, ਸਾਡੇ ਭਾਰਤ ਦਾ ਮਤਲਬ ਭਲਾ ਕਰ ਦੇ। ਨੈਨਵਾ ਦੇ ਲੋਕਾਂ ਨੇ 3 ਦਿਨ ਵਰਤ ਰੱਖਿਆ ਸੀ। ਵਿਗੜੇ ਲੋਕਾਂ ਨੇ, ਨੈਨਵਾ ਦੇ ਲੋਕ ਵਿਗੜੇ ਸਨ, ਸੁਧਰੇ ਨਹੀਂ ਸਨ, ਪਰ ਉਹਨਾਂ 3 ਦਿਨ ਹੀ ਵਰਤ ਰੱਖਿਆ, ਤੇ 3 ਦਿਨ ਦੇ ਅੰਦਰ ਹੀ ਪਰਮੇਸ਼ਰ ਨੇ ਉਹਨਾਂ ਤੇ ਭਲਾ ਕਰ ਦਿੱਤਾ, ਕਿਉਂਕਿ ਸੁਧਰ ਗਏ। ਉਹਨਾਂ ਨੇ ਆਪਣੇ ਆਪ ਨੂੰ ਸੁਧਾਰਿਆ। ਉਹਨਾਂ ਨੂੰ ਵੇਖਿਆ ਵੀ ਸਾਡੇ ਜਿਮ 'ਚ ਕਮੀ ਹੈ, ਸਾਡੇ ਜਿਮ 'ਚ ਘੱਟ ਹੈ, ਸਾਡੇ ਜਿਮ 'ਚ ਚੀਜ਼ਾਂ ਪਾਈਆਂ ਜਾਂਦੀਆਂ ਜੋ ਪਸ਼ੂ ਮਾਨਤ ਦੇ ਮੁਤਾਬਕ ਹੈ। ਸੋ ਮੈਂ ਤੁਹਾਡੇ ਨਾਲ ਗੱਲਾਂ ਰੱਖਦਾ, ਮਸੀਹ ਬਣਨ ਵਾਸਤੇ, ਚੰਗੇ ਬਣਨ ਵਾਸਤੇ, ਚੰਗੇ ਨਾਗਰਿਕ ਬਣਨ ਵਾਸਤੇ, ਚੰਗੀਆਂ ਭੈਣਾਂ ਬਣਨ ਵਾਸਤੇ, ਚੰਗੇ ਨੌਜਵਾਨ ਬਣਨ ਵਾਸਤੇ, ਚੰਗੇ ਲੋਕ ਬਣਨ ਵਾਸਤੇ ਸਾਨੂੰ ਭਾਈ ਸੁਧਰਨਾ। ਮੈਂ ਗੱਲ ਕਰ ਰਿਹਾ ਕਿ ਸੁਧਰਨਾ, ਬਾਰ-ਬਾਰ ਬੋਲਦਾ ਮੈਂ, ਵੀ ਕਿਤੇ ਨਹਾ ਕੇ ਥੋੜਾ ਸੁਧਰ ਜਾ, ਨਹਾਉਣਾ ਪਾਪ ਨਹੀਂ, ਮੈਂ ਬਾਰ-ਬਾਰ ਬੋਲਦਾ। ਪਰ ਜਦੋਂ ਵੀ ਤੁਹਾਡੀ ਆਤਮਿਕ ਪੱਖ ਦਾ, ਤੁਹਾਡੇ ਅੰਦਰ ਦਾ ਜਾਂ ਮੇਰੇ ਅੰਦਰ ਦਾ ਸੁਧਾਰ ਹੋਵੇਗਾ, ਉਹ ਬਾਣੀ ਨਾਲ ਹੋਵੇਗਾ। ਉਹ ਬਾਣੀ ਸਾਡਾ ਸੁਧਾਰ ਕਰਦੀ ਹੈ। ਬਾਣੀ ਸਾਨੂੰ ਸੁਧਾਰ ਸਾਡਾ ਕਰਦੀ ਹੈ, ਸਾਡੇ ਬੱਚਿਆਂ ਦਾ ਸੁਧਾਰ ਕਰਦੀ ਹੈ, ਸਾਡੇ ਨਗਰ ਦਾ ਸੁਧਾਰ ਕਰਦੀ ਹੈ, ਸਾਡੇ ਦੇਸ਼ਾਂ ਵਿਦੇਸ਼ਾਂ ਦਾ ਸੁਧਾਰ ਕਰਦੀ ਹੈ। ਪਰ ਜੇ ਕੋਈ ਬਾਣੀ ਵਿੱਚ ਆ ਜਾ ਫੇਰ ਹੀ ਹੈ ਨਾ। ਤੇ ਜੇ ਕੋਈ ਮਤਲਬ ਪਰਮੇਸ਼ਰ ਨਾਲ ਲੜੇ, ਫੇਰ ਕੀ ਤੂੰ ਕਰ ਦਿੱਤਾ ਭਾਈ। ਇਹ ਗੱਲ ਏਦਾਂ ਹੈ ਕਿ ਇਹ ਲਿਖਤਾਂ ਜਿਹੜੀਆਂ ਨੇ ਬਾਈਬਲ ਦੇ ਅਨੁਸਾਰ ਇਹ ਤਾਂ ਪੂਰੀਆਂ ਹੋ ਰਹੀਆਂ। ਮੈਂ ਕਹਿ ਤਾਂ ਤੁਹਾਨੂੰ ਦਿੰਦਾ,
मतलब ਇਹ ਤੁਹਾਨੂੰ मैं ਤੁਹਾਡੇ ਸਾਹਮਣੇ ਰੱਖਣ ਲੱਗਾ। आओ ये ਜਿਹੜਾ ਇਹ ਐਸਾ ਮੁਸ਼ਕਲ ਸਾਡੇ ਤੇ ਆਈ ਹੈ, ਐਸੀਆਂ ਸਾਡੇ ਤੇ ਟੈਨਸ਼ਨ ਆਈਆਂ, आओ ਇਹ ਸਦੀਆਂ ਪੁਰਾਣੀ ਇਹ ਲਿਖਤਾਂ ਤੁਹਾਨੂੰ ਮੈਂ ਦੱਸ ਰਿਹਾ, ਜਿਹੜੀ ਮੈਂ ਦੱਸਣ ਲੱਗਾ। ਜਿਰਮੀਆਂ ਅੱਛੀ ਬੋਲਦੇ ਹਾਲੇਲੂਇਆ। ਜਿਰਮੀਆਂ ਹਾਂਜੀ ਜਿਰਮੀਆਂ 25 ਬਾਬ। ਮੈਂ ਥੋੜਾ ਜਿਹਾ ਵਿਗੜੇ ਲੋਕਾਂ ਦੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗਾ। ਜਿਰਮੀਆਂ ਉਹਦਾ 25 ਬਾਬ ਉਹਦੀ 32 ਹੈ। ਆਹ ਪੜ੍ਹਦੇ 2 ਮਿੰਟ। ਆਹ ਵੇਖੋ ਜਿਹੜੀਆਂ ਲਿਖਤਾਂ ਨੇ ਵਿਗੜੇ ਲੋਕਾਂ ਦੇ ਬਾਰੇ, ਇਹਦੇ ਮੈਂ ਪਿੱਛੇ ਨਹੀਂ ਜਾਊਂਗਾ, ਜਿਰਮੀਆਂ ਤੋਂ ਪਿੱਛੇ ਨਹੀਂ ਜਾਊਂਗਾ, ਪਰ ਇਹ ਜਿੰਨਾ ਵੀ ਕੰਮ ਹੈ ਸਭ ਵਿਗੜਿਆ ਲੋਕਾਂ ਦਾ। ਔਰ ਉਹ ਇਹ ਗੱਲ ਜਿਹੜੀ ਆ ਇਹ ਲਿਖਤ ਸਾਡੇ ਕੋਲ ਪਵਿੱਤਰ ਬਾਈਬਲ ਦੀ, ਪਵਿੱਤਰ ਵਚਨ ਦੀ ਆਈ ਹੈ, ਨਾ ਕਿ ਮੇਰੀ ਗੱਲ ਸਾਰੀਆਂ ਫੇਲ ਨੇ, ਪਰ ਵਚਨ ਦੀ ਗੱਲ ਕੋਈ ਫੇਲ ਨਹੀਂ ਹੋ ਸਕਦੀ। ਅਗਰ ਕੋਈ ਨੂੰ ਰੱਦਦਾ ਹੈ, ਪਰਮੇਸ਼ਰ ਨੂੰ ਰੱਦ ਦੇਗਾ। ਪੜ੍ਹਦੇ हैं, ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ। ਇਹ ਵਿਗੜੇ ਲੋਕਾਂ ਦੀ ਤੁਹਾਡੇ ਸਾਹਮਣੇ ਮੈਂ ਗੱਲ ਰੱਖਣ ਲੱਗਾ। ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਇੰਜ ਫਰਮਾਉਂਦਾ ਹੈ, ਵੇਖੋ ਬੁਰਾਈ ਕੌਮ ਉੱਤੇ ਆ ਪਵੇਗੀ, ਬੁਰਾਈ ਕੌਮ ਉੱਤੇ ਆਣ ਪਵੇਗੀ, ਅਤੇ ਇੱਕ ਵੱਡਾ ਤੂਫਾਨ, ਇੱਕ ਬਹੁਤ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ। ਧਰਤੀ ਦੀਆਂ ਹੱਦਾਂ ਤੋਂ ਇੱਕ ਤੂਫਾਨ ਜਿਹੜਾ ਹੈ ਉਹ ਕੀ ਹੋ ਜਾਏਗਾ? ਉਠਾਇਆ ਜਾਏਗਾ। ਯਹੋਵਾ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ, ਯਹੋਵਾ ਦੇ ਮਾਰੇ ਹੋਏ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ। ਉਹਨਾਂ ਲਈ ਸੋਗ ਨਾ ਹੋਵੇਗਾ, ਉਹਨਾਂ ਲਈ ਕੋਈ ਸੋਗ ਨਾ ਹੋਵੇਗਾ। ਉਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਤੇ ਨਾ ਹੀ ਦੱਬੇ ਜਾਣਗੇ। ਉਹ ਭੋ ਉੱਤੇ ਬਿਸਟਾਂ ਵਾਂਗ ਹੋਣਗੇ। ਉਹ ਜਿਹੜੀ ਧਰਤੀ ਹੈ ਉਹਦੇ ਉੱਤੇ ਇੱਕ ਵਿਸਟੇ ਦੀ ਤਰ੍ਹਾਂ, ਵਿਸਟਾ ਕਿਹਾ ਜਾਂਦਾ ਹੈ ਜਦੋਂ ਬਾਹਰ ਲੋਕੀ ਜੰਗਲ ਬੈਠ ਕੇ ਆਉਂਦੇ, ਉਹ ਤੇ ਭੌਂਤੇ ਪਿਆ ਰਹਿੰਦਾ। ਏਦਾਂ ਦਾ ਹਾਲਾਤ ਬਾਈਬਲ ਲਿਖਿਆ ਹੋ ਜਾਏਗਾ। ਅੱਜ ਤੁਸੀਂ ਇਸ ਹਾਲਾਤ ਨੂੰ ਸੁਣ ਲਓ, ਸੁਧਰੇ ਵੀ ਸੁਣ ਲਓ, ਵਿਗੜੇ ਵੀ ਸੁਣ ਲਓ। ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ, ਇਹ ਮਨੁੱਖ ਦੇ ਵਿਗੜੇ ਪੱਖ ਦੀਆਂ ਨੇ। ਇਹ ਮਨੁੱਖ ਦੇ ਵਿਗੜੇ ਪੱਖ ਦੀਆਂ ਚੀਜ਼ਾਂ ਨੇ। ਜੇ ਅੱਜ ਸਾਰੀ ਲੋਕ ਦੇਸ਼ ਵਿਦੇਸ਼ ਹੱਥਾਂ ਨੂੰ ਖੜੇ ਕਰ ਲੈਣ ਤੇ ਆਹ ਜਿਹੜਾ ਹਾਲਾਤ ਬਣਿਆ, ਕਿੱਥੋਂ ਧਰਤੀ ਦੀ ਹੱਦੋਂ, ਕਿੱਥੇ ਚੀਨ ਹੈ, ਕਿੱਥੇ ਅਮਰੀਕਾ ਹੈ, ਕਿੱਥੇ ਫਿਰ ਹੁਣ ਅਸੀਂ ਆਪਣੇ ਭਾਰਤ ਵਿੱਚ ਰਹਿ ਰਹੇ। ਇੱਥੋਂ ਤੱਕ ਕਿ ਮਹਾਂਮਾਰੀ ਨੇ ਆਣ ਕੇ ਰਾਜ ਕਰ ਲਿਆ। ਦੱਸਿਆ ਕਿ ਉਹ ਜਿਹੜਾ ਮੌਤਾਂ ਹੋਣਗੀਆਂ, ਉਹ ਜਿਸ ਤਰ੍ਹਾਂ ਇੱਕ ਧਰਤੀ ਤੇ ਵਿਸਟਾ ਪਿਆ ਹੁੰਦਾ ਹੈ, ਉਦਾਂ ਉਹ ਜਿਹੜੀਆਂ ਮੌਤਾਂ ਨੇ, ਲਾਸ਼ਾਂ ਨੇ। ਵੇਖੋ ਬਾਈਬਲ ਦੀ ਐਤ ਹੈ, ਇਹ ਬਾਈਬਲ ਦਾ ਮੈਸੇਜ ਹੈ, ਬਾਈਬਲ ਦੀ ਗੱਲ ਹੈ। ਕੋਈ ਧਰਤੀ ਦਾ ਇਨਸਾਨ ਇਹਨੂੰ ਰੱਦ ਨਹੀਂ ਕਰ ਸਕਦਾ। ਮੇਰੀ ਕੋਈ ਗੱਲ ਚ ਬਾਂਸ਼ਾ ਨਿਕਲੇ ਤੇ ਪਰ ਹੋ ਸਕਦਾ ਹੈ। ਪਰ ਇਹ ਜਿਹੜੀ ਜਿਰਮੀਆਂ ਦੇ ਵਿੱਚ ਗੱਲ ਆਈ ਹੈ, ਇਸ ਤੋਂ ਵੀ ਪਿੱਛੇ ਲੋਕ ਵਿਗੜੇ ਸਨ। ਉਦੋਂ ਵੀ ਲੋਕ ਵਿਗੜੇ ਸਨ, ਅੱਜ ਵੀ ਲੋਕ ਵਿਗੜੇ, ਅੱਜ ਵੀ ਇਹ ਵਿਗਾੜ, ਅੱਜ ਵੀ ਇਹ ਵਿਗਾੜ, ਅੱਜ ਵਿਗੜੇ ਲੋਕਾਂ ਦਾ ਹਾਲ ਹੈ। ਦੱਸਿਆ ਕਿ ਉਹ ਧਰਤੀ ਤੋਂ ਪੜ੍ਹਦੀ ਉਹਨਾਂ ਲਈ ਸੋਗ ਨਾ ਹੋਵੇਗਾ। ਉਹਨਾਂ ਲਈ ਅੱਜ ਕਿੰਨੇ ਵੇਖੋ ਤੁਸੀਂ ਕਈ ਰੋਜ਼ ਖਬਰਾਂ ਸੁਣਦੇ ਹੋ, ਅਮਰੀਕਾ ਦੀਆਂ, ਚੀਨ ਦੀਆਂ, ਵੱਖ-ਵੱਖ ਮੁਲਕਾਂ ਦੀਆਂ, ਤੁਸੀਂ ਸਭ ਗੱਲਾਂ ਸੁਣਦੇ ਹੋ ਵੀ ਉਹਨਾਂ ਨੂੰ ਦੱਬਣ ਵਾਲਿਆਂ ਦੀਆਂ ਬਾਹਾਂ ਖੜੀਆਂ ਹੋ ਗਈਆਂ।
ਔਰ ਉਹਨਾਂ ਦੀਆਂ ਦੱਬਣ ਵਾਲੇ ਦੀਆਂ ਬਾਹਾਂ ਖੜੀਆਂ ਹੋ ਗਈਆਂ, ਮਸ਼ੀਨਾਂ ਹੀ ਸਾਰਾ ਕੰਮ ਕਰਨੀਆਂ ਨੇ, ਪਰ ਹਾਲਾਤ ਕੀ ਬਣ ਗਏ? ਕੋਈ ਉਹਨਾਂ ਨੂੰ ਦੱਬਣ ਨਹੀਂ ਜਾਂਦਾ। ਅੱਜ ਅਸੀਂ ਭਾਗਾਂ ਵਾਲੇ ਹਾਂ, ਜਦੋਂ ਅਸੀਂ ਮਰਦੇ ਹਾਂ, ਜੇ ਆਪਣੀ ਮੌਤ ਨਾਲ ਮਰਦੇ ਹਾਂ, ਜੇ ਕੋਈ ਕਰੋਨਾ ਨਾਲ ਮਰ ਜਾਂਦਾ ਤੇ ਉਹਦੇ ਪਿੱਛੇ ਤੇ ਜਾਂਦਾ ਹੀ ਕੋਈ ਨਹੀਂ, ਕੋਈ ਉਹਦੇ ਵਾਸਤੇ ਸੋਗ ਨਹੀਂ ਕੀਤਾ ਜਾਂਦਾ, ਕੋਈ ਉਹਦਾ ਦਸਵਾਂ ਨਹੀਂ, ਕੋਈ ਚੌਥਾ ਨਹੀਂ, ਕੋਈ ਪੰਜੌਥਾ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈ। ਪਰ ਮੈਂ ਗੱਲ ਕਰਦਾ ਇਸ ਤੋਂ ਪਿੱਛੇ ਜਿਹੜੇ ਲੋਕ ਮਰਦੇ ਸਨ ਕਰੋਨਾ ਤੋਂ ਪਹਿਲਾਂ, ਵੇਖੋ ਕਿੱਡੀ ਵੱਡੀ ਲਾਈਨ ਬਣੀ ਹੁੰਦੀ ਸੀ, ਲੋਕ ਬਜ਼ੁਰਗਾਂ ਨੂੰ, ਢੋਲਕੀਆਂ, ਸਿਆਣਿਆਂ ਨੂੰ ਬਾਹਰ ਕੱਢਦੇ ਸਨ। ਤੇ ਅੱਜ ਕੀ ਹੋ ਗਿਆ? ਅੱਜ ਤਾਂ ਭਾਈ ਦੱਬਣ ਵਾਲਿਆਂ ਦਾ ਵੀ ਕੰਮ ਔਖਾ ਹੋ ਗਿਆ, ਔਰ ਇੰਨੀ ਹਾਲਾਤ ਵਿਗੜ ਗਈ ਆ। ਇਹ ਐਤ ਪੂਰੀ ਹੋਈ ਹੈ, ਇਹ ਵਚਨ ਪੂਰਾ ਹੋਇਆ ਕਿ ਸੁਧਰੇ ਲੋਕ ਤੇ ਵਿਗੜੇ ਲੋਕ, ਸੁਧਾਰ ਬਾਈਬਲ ਮੁਤਾਬਕ ਮੈਂ ਤੁਹਾਡੇ ਨਾਲ ਗੱਲ ਕਰਦਾ ਹੈ, ਇਹ ਜਦੋਂ ਅਸੀਂ ਵਿਗੜਦੇ ਹਾਂ ਉਦੋਂ ਹੀ ਫਿਰ ਕੋਈ ਨਾ ਕੋਈ ਪਰਮੇਸ਼ਵਰ ਇੱਕ ਆਫਤ ਲੈ ਕੇ ਆਉਂਦਾ ਹੈ, ਇੱਕ ਮਹਾਮਾਰੀ ਲੈ ਕੇ ਆਉਂਦਾ ਹੈ। ਪਿੱਛੇ ਪਲੇਗ ਪਈ, ਤੁਹਾਨੂੰ ਸਾਰਿਆਂ ਨੂੰ ਪਤਾ, ਕਿਉਂਕਿ ਉਦੋਂ ਵੀ ਲੋਕ ਵਿਗੜੇ ਸੀ, ਔਰ ਨੂਹ ਦੇ ਸਮੇਂ ਤੇ ਵੀ ਲੋਕ ਵਿਗੜੇ ਸਨ। ਸਾਰੀ ਧਰਤੀ ਦਾ ਨਾਸ਼ ਹੋ ਗਿਆ, ਔਰ ਸਿਰਫ 8 ਜਾਨਾਂ ਬਚੀਆਂ। ਜੋ ਸੁਧਰਿਆ ਬੰਦਾ ਸੀ, ਜਿਹਦਾ ਸੁਧਾਰ ਹੋਇਆ ਸੀ, ਜਿਹੜਾ ਕਿ ਨੇਚਾਵਾਨ ਸੀ, ਅੱਜ ਵੀ ਤੇ ਨੇਚਾਵਾਨ ਇਸ ਧਰਤੀ ਤੇ ਹੈ। ਅੱਜ ਵੀ ਕੁਝ ਲੋਕ ਵਿਸ਼ਵਾਸ ਕਰਦੇ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਬਾਈਬਲ ਦੀਆਂ ਗੱਲਾਂ ਸੱਚੀਆਂ, ਇਹ ਬਾਈਬਲ ਦੀ ਗੱਲ ਕਦੇ ਨਹੀਂ ਉਲਟੇਗੀ, ਬਾਈਬਲ ਦੀ ਗੱਲ ਕਦੇ ਨਹੀਂ ਖਤਮ ਹੋਵੇਗੀ। ਤੁਹਾਡੀ ਮੇਰੀ ਗੱਲ ਖਤਮ ਹੋ ਸਕਦੀ ਹੈ, ਬਾਈਬਲ ਕਿਹਾ ਜ਼ਮੀਨ ਅਸਮਾਨ ਟਲ ਜਾਏਗਾ, ਪਰ ਮੇਰੇ ਮੂੰਹ ਦੀਆਂ ਗੱਲਾਂ ਕਦੇ ਨਹੀਂ ਟਲਣਗੀਆਂ। ਜੇ ਉਹਨੇ ਕਿਹਾ ਕਿ 40 ਦਿਨ ਤੇ 40 ਰਾਤਾਂ ਮੀਂਹ ਪੈਣਾ ਨੂਹ ਦੇ ਸਮੇਂ ਤੇ ਕੀ ਉਹ ਜਿਹੜੀ ਪਰਮੇਸ਼ਰ ਨੇ ਗੱਲ ਬੋਲੀ ਸੀ ਹੋਈ ਨਹੀਂ ਸੀ? ਕਿਉਂਕਿ ਲੋਕ ਸੁਧਰੇ ਨਹੀਂ। ਜੇ ਸੁਧਰ ਜਾਂਦੇ ਤੇ ਉਹਨਾਂ ਦਾ ਵੀ ਇਹ ਨਾਸ਼ ਨਹੀਂ ਸੀ ਹੋਣਾ, ਪਰ ਉਹ ਵਿਗੜੇ ਰਹੇ। ਸੋ ਮੈਂ ਤੁਹਾਡੇ ਨਾਲ ਇਹ ਗੱਲ ਕਰਦਾ, ਮੈਂ ਬਾਈਬਲ 'ਚੋਂ ਤੁਹਾਡੇ ਨਾਲ ਗੱਲ ਕੀਤੀ ਹੈ। ਆਓ ਆਪਣੇ ਆਪ ਨੂੰ ਸੁਧਾਰੋ, ਆਓ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ ਦੇਈਏ। ਆਓ ਬਾਈਬਲ ਲਿਖਿਆ ਜੋ ਬਾਣੀ ਨੂੰ ਤੁੱਛ ਜਾਣਦਾ ਹੈ ਉਹ ਆਪਣੇ ਨੁਕਸਾਨ ਕਰਾਊਗਾ। ਮੈਂ ਨਹੀਂ ਕਹਿੰਦਾ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਲੋਕ ਦੁਆ ਨਹੀਂ ਕਰ ਰਹੇ, ਮੈਂ ਨਹੀਂ ਕਹਿੰਦਾ ਕਿ ਉਹ ਚਰਚ ਨਹੀਂ ਜਾ ਰਹੇ, ਮੈਂ ਨਹੀਂ ਕਹਿੰਦਾ ਉਹ ਬਾਈਬਲ ਨਹੀਂ ਪੜ੍ਹ ਰਹੇ, ਬੜਾ ਕੁਛ ਕਰ ਰਹੇ, ਪਰ ਸਾਰੇ ਨਹੀਂ ਕਰ ਰਹੇ। ਜਿਹੜਾ ਸੁਧਾਰ ਹੈ ਉਹ ਤੇ ਇੱਕ ਦੂ ਚਾਹੁੰਦਾ ਹੀ ਹੈ। 100 ਚੋਂ 5 ਲਾ ਲਓ, ਬਾਕੀ ਤੇ 95% ਵਿਗਾੜ ਆ ਨਾ, ਸੁਧਰੇ ਨਹੀਂ ਨਾ। ਜੇ ਉਹ ਸੁਧਰ ਗਏ ਤੇ ਬਾਈਬਲ ਦੀ ਐਤ ਨੂੰ ਪੂਰਾ ਕਰੀਏ। ਉੱਥੇ ਫਿਰ ਐਤ ਨੂੰ ਪੜ੍ਹਦਾ ਮੈਂ ਬੱਚਿਆਂ ਦਾ, ਸੈਨਾ ਦਾ ਯਹੋਵਾ ਇਉਂ ਫਰਮਾਉਂਦਾ, ਸੈਨਾ ਦਾ ਯਹੋਵਾ ਇੰਜ ਫਰਮਾਉਂਦਾ ਹੈ, ਵੇਖੋ ਬੁਰਾਈ ਕੌਮ ਉੱਤੇ ਆਪ, ਬੁਰਾਈ ਕੌਮ ਉੱਤੇ। ਇੱਥੇ ਇਹ ਨਹੀਂ ਕਹਾ ਵੀ ਉਹ ਕੋਈ ਮਸੀਹ ਨਹੀਂ ਮਰਨਾ, ਇੱਥੇ ਇਹ ਨਹੀਂ ਹੈ ਕੋਈ ਜੱਟ ਨਹੀਂ ਮਰਨਾ, ਇੱਥੇ ਇਹ ਨਹੀਂ ਕੋਈ ਹਿੰਦੂ ਨਹੀਂ ਮਰਨਾ, ਇੱਥੇ ਇਹ ਨਹੀਂ ਹੈ ਕਿ ਕੋਈ ਹੋਰ ਕੌਮ ਹੈ, ਦੂਜੀ ਤੀਜੀ ਪਤਾ ਨਹੀਂ ਕੌਮਾਂ ਕਿੰਨੀਆਂ ਕਿ ਨਹੀਂ, ਵੀ ਉਹਨਾਂ ਨਹੀਂ ਮਰਨਾ। ਬੁਰਾਈ ਜਿਹੜੀ ਆ ਬੰਦੇ ਦੀ ਬੁਰਾਈ, ਬੰਦਾ ਅੱਜ ਬੁਰਾਈ ਵਿੱਚ ਹੈ, ਔਰ ਕੌਮ ਫਿਰ ਪੜ੍ਹਦੇ ਜਰਾ, ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਵੇਖੋ ਬੁਰਾਈ ਕੌਮ ਉੱਤੇ ਆ ਪਵੇਗੀ, ਬੁਰਾਈ ਕੌਮ ਉੱਤੇ ਆਣ ਪਵੇਗੀ, ਅਤੇ ਇੱਕ ਵੱਡਾ ਤੂਫਾਨ, ਆ ਕੀ ਛੋਟਾ ਤੂਫਾਨ ਹੈ? ਅੱਜ 2 ਮਹੀਨੇ ਹੋ ਗਏ ਲੋਕ ਅੰਦਰ ਵੜੇ ਨੇ, ਬੜਾ ਔਖਾ ਸ਼ਬਦ ਹੈ, ਕੰਮ ਠੱਪ ਨੇ, ਔਰ ਬੜੀ ਮੰਦਾ ਹਾਲ ਚੱਲ ਰਿਹਾ ਹੈ, ਬੜੀ ਔਖੀ ਲੈਣ ਹੈ। ਕੀ ਇਹ ਛੋਟੀ ਗੱਲ ਨੂੰ ਝੱਲਣਾ ਸੌਖਾ? ਇਹੜੀ ਬੁਰਾਈ ਆ ਕੌਮ ਉੱਤੇ ਆਣ ਪਵੇਗੀ, ਕੌਮ ਉੱਤੇ। ਕਿਸੇ ਦਾ ਮਤਲਬ ਲਿਹਾਜ਼ ਨਹੀਂ ਹੈ, ਕਿਸੇ ਅਮੀਰ ਦਾ, ਕਿਸੇ ਗਰੀਬ ਦਾ, ਕਿਸੇ ਮੰਤਰੀ ਦਾ, ਕੋਈ ਵੀ ਹੋ ਜਾਏ, ਬਸ ਕਿਸੇ ਦਾ ਲਿਹਾਜ਼ ਨਹੀਂ ਹੈ। ਬੜੀ ਆਪਣੀ ਅਲਾਮਤ ਹੁੰਦੀ ਹੈ, ਬਿਮਾਰੀ ਹੁੰਦੀ ਹੈ, ਉਹਨੂੰ ਕਿਸੇ ਦੇ ਨਾਲ ਵਾਸਤਾ ਨਹੀਂ ਹੈ। ਮੌਤ ਨੂੰ ਕਿਸੇ ਦੇ ਨਾਲ ਵਾਸਤਾ ਨਹੀਂ ਹੈ। ਮੌਤ ਦਾ ਆਪਣਾ ਕੰਮ ਹੈ, ਮੌਤ ਨੇ ਆਪਣਾ ਕੰਮ ਕਰਨਾ ਹੈ। ਪਰ ਇਹ
ਜੋ ਵੀ ਇਹ ਹੋਇਆ ਕੌਮ ਕੌਮ ਤੇ, ਪੜ੍ਹੀਏ ਬੇਟਾ। ਵੇਖੋ ਭਰਿਆਈ, ਕੌਮ ਕੌਮ ਉੱਤੇ ਆ ਪਵੇਗੀ ਅਤੇ ਇੱਕ ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਇੱਕ ਜਾਵੇਗਾ। ਵੱਡਾ ਤੂਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਏਗਾ। ਯਹੋਵਾ ਦੇ ਮਾਰੇ ਹੋਏ, ਯਹੋਵਾ ਦੇ ਮਾਰੇ ਹੋਏ। ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੇ, ਇੱਕ ਕੰਢੇ ਤੋਂ ਲੈ ਕੇ ਦੂਜੇ ਕੰਢੇ ਤੱਕ ਪਏ ਰਹਿਣਗੇ। ਪਏ ਰਹਿਣਗੇ। ਉਹਨਾਂ ਲਈ ਸੋਗ ਨਾ ਹੋਵੇ, ਉਹਨਾਂ ਲਈ ਸੋਗ ਨਾ ਹੋਵੇਗਾ। ਨਾ ਹੋਵੇਗਾ। ਉਹ ਨਾ ਇਕੱਠੇ ਕੀਤੇ ਨਾ ਜਾਣਗੇ, ਇਕੱਠੇ ਕੀਤੇ ਜਾਣਗੇ, ਨਾ ਦੱਬੇ ਆ ਜਾਣਗੇ। ਸੁਣ ਲਓ ਭੈਣ ਭਰਾਓ, ਇਹ ਮੇਰੀ ਗੱਲ ਨਹੀਂ ਆ, ਇਹ ਪਵਿੱਤਰ ਬਾਈਬਲ ਦੀ ਗੱਲ ਹੈ। ਨਾ ਇਕੱਠੇ ਕੀਤੇ ਜਾਣਗੇ, ਨਾ ਸੋਗ ਹੋਏਗਾ, ਨਾ ਦੱਬੇ ਜਾਣਗੇ। ਆ ਵੇਖੋ ਕਿੰਨੀਆਂ ਮੌਤਾਂ ਆਈਆਂ। ਕਿਤੇ ਲੋਕੀ ਕਿਤੇ ਜਾਂਦੇ ਆ ਕਬਰਸਤਾਨਾਂ, ਜਾਂਦੇ ਆ ਕਿਤੇ ਉਹ ਸੰਸਕਾਰ ਜਦੋਂ ਹੁੰਦਾ ਹੈ, ਉਹ ਹੀ ਵਿਚਾਰਾ 3-4 ਜਣੇ ਹੁੰਦੇ ਆ। ਕਿੰਨੀ ਇਹ ਜਿਹੜੀ ਪਵਿੱਤਰ ਬਾਈਬਲ ਹੈ, ਇਹ ਵਚਨ ਪੂਰਾ ਹੋ ਰਿਹਾ। ਔਰ ਉਹ ਇਕੱਠੇ ਨਹੀਂ ਕੀਤੇ ਜਾਣਗੇ, ਦੱਬੇ ਨਹੀਂ ਜਾਣਗੇ। ਫਿਰ ਉਹ ਭੌਂ ਉੱਤੇ ਬਿਸਟਾ ਵਾਂਗ ਹੋਣ, ਉਹ ਭਾਉ ਤੇ ਧਰਤੀ ਤੇ ਬਿਸਟਾ ਵਾਂਗ ਹੋਣਗੇ। ਇਹ ਆਜੜੀਓ, ਇਹ ਬਸ ਉੱਚੀ ਬੋਲਦੇ ਹਾਲੇਲੂਇਆ। ਇਹ ਆਜੜੀਓ, ਤੁਸੀਂ ਵਿਲਕੋ ਅਤੇ ਚਿਲਾਓ। ਤੁਸੀਂ ਵਿਲਕੋ, ਹੇ ਆਜੜੀਓ, ਇਹ ਸਿਖਾਉਣ ਵਾਲਿਓ, ਤੁਸੀਂ ਵਿਲਕੋ। ਕੀ ਕਰੋ? ਵਿਲਕੋ। ਫਿਰ ਅਤੇ ਚਿਲਾਓ। ਚਿਚਲਾਓ। ਹਾਂ, ਹੇ ਇੱਜੜ ਦੇ ਚੌਧਰੀਓ, ਇੱਜੜ ਦੇ ਚੌਧਰੀਓ। ਮੈਂ ਗੱਲ ਕਰਦਾ ਹੈ ਕਿ ਸਭ ਜਿੰਨਿਆਂ ਵੀ ਆਪ ਆਪਣੇ ਧਰਮਾਂ ਦੇ ਮੁਤਾਬਕ ਸਾਨੂੰ ਚਲਾਉਣਾ ਚਾਹੀਦਾ। ਮੇਰੇ ਇਹਨਾਂ ਨੂੰ ਨਹੀਂ ਚਲਾਉਣਾ ਚਾਹੀਦਾ, ਪਰਜਾ ਨੂੰ ਵੀ ਚਲਾਉਣਾ ਚਾਹੀਦਾ, ਕਲੀਸਿਆ ਨੂੰ, ਸੰਗਤਾਂ ਨੂੰ ਵਿੱਚ ਚਲਾਉਣਾ ਚਾਹੀਦਾ। ਸੋ ਅੱਜ ਦਾ ਜਿਹੜਾ ਸਮਾਂ ਹੈ, ਅੱਜ ਦਾ ਸਮਾਂ ਫੇਰ ਸਾਨੂੰ ਜਾਗਰਤ ਕਰਦਾ ਹੈ ਕਿ ਅਸੀਂ ਸੁਧਰੀਏ, ਅਸੀਂ ਵਿਗੜੀਏ ਨਾ, ਅਸੀਂ ਆਪਣਾ ਜੀਵਨ ਪਰਮੇਸ਼ਰ ਨੂੰ ਦਈਏ ਤੇ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ, ਪਰਮੇਸ਼ਰ ਤੂੰ ਮੇਰਾ ਸੁਧਾਰ ਕਰ। ਆਓ ਪੜ੍ਹਦੇ ਉਸੇ ਕਵਿਤਾ ਦੀ ਚਲੇ ਜਾਂਦੇ ਹਾਂ, ਬੰਦ ਕਰਦੇ। ਇਹ ਪ੍ਰਚਾਰ ਅਸੀਂ ਹੋਰ ਹੀ ਕੁਝ ਐਤਾ ਲੈ ਸਕਦੇ ਹਾਂ, ਪਰ ਇਹਨੇ ਸਮੇਂ 'ਚ ਕੁਛ ਇੰਨਾ ਹੀ ਪੂਰਾ ਹੁੰਦਾ ਹੈ। ਸੋ ਤੁਸੀਂ ਸਮਝਿਆ ਕਰੋ ਸਾਰੇ ਭੈਣ ਭਰਾ ਕਿ ਇਹ ਜੋ ਬਚਨ ਸਾਡੇ ਪਾਸ ਹੁੰਦਾ ਹੈ, ਸੋ ਅਸੀਂ ਸੁਧਰਨਾ, ਜਦ ਹੀ ਸੁਣਨਾ ਸੁਧਰਨਾ, ਸੁਣ ਕੇ ਵਿਗੜਨਾ ਨਹੀਂ ਹੈ, ਸੁਣ ਕੇ ਤੱਤੇ ਨਹੀਂ ਹੋਣਾ, ਸੁਣ ਕੇ ਕਰੋਧੀ ਨਹੀਂ ਹੋਣਾ। ਬਾਈਬਲ ਲਿਖਿਆ ਕਰੋਧ, ਗੁੱਸਾ ਜਿਹੜਾ ਹੁੰਦਾ ਹੈ, ਇਹ ਪਰਮੇਸ਼ਰ ਦਾ ਕੰਮ ਕਦੇ ਨਹੀਂ ਕਰ ਸਕਦਾ। ਪੜ੍ਹਦੇ ਹਾਂ ਬਾਈਬਲ ਚੋਂ, ਜੋ ਸੁਧਾਰ ਨਾਲ ਪ੍ਰੀਤ ਜੋ ਰੱਖਦਾ ਸੁਧਾਰ ਨਾਲ, ਕਿਸੇ ਬੰਦੇ ਨਾਲ ਪ੍ਰੀਤ ਦੀ ਗੱਲ ਨਹੀਂ ਹੋ ਰਹੀ, ਕੋਈ ਮਤਲਬ ਨਹੀਂ ਹੈ। ਇਹ ਬਚਨ ਦੇ ਨਾਲ ਸੁਧਰਨਾ, ਬਚਨ ਹੀ ਸੁਧਾਰ ਕਰੂਗਾ। ਤੁਸੀਂ ਮੇਰਾ ਸੁਧਾਰ ਨਹੀਂ ਕਰ ਸਕਦੇ ਤੇ ਮੈਂ ਤੁਹਾਡਾ ਨਹੀਂ ਸੁਧਾਰ ਕਰ ਸਕਦਾ। ਇਹ ਬਾਣੀ ਤੁਹਾਡਾ ਮੇਰਾ ਸੁਧਾਰ ਕਰ ਸਕਦੀ ਹੈ। ਪੜ੍ਹੀਏ ਬੇਟਾ। ਜੋ ਸੁਧਾਰ ਨਾਲ ਪ੍ਰੀਤ ਰੱਖਦਾ ਠੀਕ ਹੈ ਬੇਟਾ। ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ। ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ। ਪਰ ਜੋ ਤਾੜ ਨੂੰ ਬੁਰਾ ਜਾਣਦਾ ਜੋ ਹੈ, ਤਾੜ ਨੂੰ ਬੁਰਾ ਜਾਣਦਾ ਹੈ, ਉਹ ਪਸ਼ੂ ਵਰਗਾ ਹੈ। ਉਹ ਇੱਕ ਪਸ਼ੂ ਵਰਗਾ ਹੈ। ਭਲੇ ਮਾਨਸ ਤੋਂ ਯਹੋਵਾ ਪ੍ਰਸੰਨ ਜਿਹੜਾ ਹੁੰਦਾ ਹੈ, ਭਲਾ ਬੰਦਾ ਹੈ, ਭਲਾ ਪੁਰਸ਼ ਹੈ, ਪਰਮੇਸ਼ਰ ਤੋਂ ਪ੍ਰਸੰਨ ਹੁੰਦਾ ਹੈ। ਪਰ ਬੁਰੀਆਂ ਜੁਗਤਾਂ ਵਾਲੇ ਪਰ ਜੇ ਕੋਈ ਬੁਰੀਆਂ ਜੁਗਤਾਂ ਬਣਾਉਂਦਾ, ਬਾਣੀ ਸੁਣ ਕੇ, ਬਾਣੀ ਪੜ੍ਹ ਕੇ ਬੁਰੀਆਂ ਜੁਗਤਾਂ ਬਣਾਉਂਦਾ ਹੈ, ਨੂੰ ਉਹ ਦੋਸ਼ੀ ਠਹਿਰਾਉਂਦਾ ਹੈ। ਉਹ ਪਰਮੇਸ਼ਰ ਉਹਨੂੰ ਦੋਸ਼ੀ ਠਹਿਰਾਉਂਦਾ ਹੈ। ਖੋਟ ਨਾਲ ਖੋਟ ਨਾਲ ਕੋਈ ਮਨੁੱਖ ਅਸਥਿਰ ਨਹੀਂ ਹੁੰਦਾ। ਕੋਈ ਬੰਦਾ, ਕੋਈ ਭੈਣ, ਕੋਈ ਨੌਜਵਾਨ, ਕੋਈ ਵੀ ਕੌਮ ਧਰਮ ਆਪਣੇ ਅੰਦਰ ਖੋਟ ਰੱਖ ਕੇ ਕਦੀ ਸਥਿਰ, ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਪਰ ਧਰਮੀਆਂ ਦੀ ਜੜ ਕਦੀ ਪੁੱਟੀ ਪਰ ਨਹੀਂ। ਜਿਹੜਾ ਧਰਮੀ ਬੰਦਾ ਹੈ, ਜਿਹੜਾ ਸੁਧਰਿਆ ਬੰਦਾ ਹੈ, ਉਹਦਾ ਕਦੀ ਵੀ ਵਿਗਾੜ ਨਹੀਂ ਹੋ ਸਕਦਾ। ਆਮੀਨ। ਮੈਂ ਸੰਦੇਸ਼ 'ਚ ਇੱਕ ਗੱਲ ਲਈ ਸੀ, ਉਹਨੂੰ ਵੀ ਆਪਾਂ ਪੜ੍ਹਦੇ ਹਾਂ, ਫਿਰ ਬੰਦ ਕਰਦੇ ਹਾਂ। ਪਰ ਜਦੋਂ ਇੱਕ ਮਨੁੱਖ ਨੇਚਾਵਾਨ ਬਣਨ ਲਈ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ। ਨੇਚਾਵਾਨ ਬਣਨ ਦੇ ਲਈ ਨਹਾਉਣ ਦੀ ਲੋੜ ਨਹੀਂ ਰੋਜ਼। ਮੈਂ ਨਹੀਂ ਗੱਲ ਕਰਦਾ ਵੀ ਸ਼ਾਇਦ ਤੁਸੀਂ ਆਖੋਗੇ ਵੀ ਸ਼ਾਇਦ ਤੇ ਨਹਾਉਣਾ ਹੀ ਬੰਦ ਕਰ ਦਿੱਤਾ। ਨਹਾਓ। ਪਰ ਜੇ ਕੋਈ ਆਖੇ ਵੀ ਸ਼ਾਇਦ ਮੈਂ ਨੇਚਾਵਾਨ ਨਹਾ ਕੇ ਬਣ ਜਾਵਾਂਗਾ, ਸ਼ਾਇਦ ਮੈਂ ਹੱਡੀਆਂ ਪੂਛ ਕੇ ਬਣ ਜਾਵਾਂਗਾ, ਸ਼ਾਇਦ ਮੈਂ ਆਪਣੇ ਸਿਰ ਨੂੰ ਵਧੀਆ ਜਿਹਾ ਸ਼ੈਂਪੂ ਲਾ ਕੇ ਬਣ ਜਾਵਾਂਗਾ, ਵਧੀਆ ਬਣ ਜਾਊਂਗਾ, ਰੱਬ ਮੈਨੂੰ ਪਸੰਦ ਕਰੂਗਾ। ਇਹ ਔਖਾ ਸੌਦਾ ਹੈ। ਨਹਾਉਣਾ ਪਾਪ ਨਹੀਂ, ਮੈਂ ਬਾਰ-ਬਾਰ ਬੋਲਦਾ, ਨਹਾਓ। ਪਰ ਜਦੋਂ ਇੱਕ ਮਨੁੱਖ ਨੇਚਾਵਾਨ ਬਣਨ ਦੇ ਲਈ ਇਸ ਸੰਸਾਰ ਵਿੱਚ ਪੈਦਾ ਹੁੰਦਾ ਹੈ, ਅਤੇ ਜਦੋਂ ਉਹ ਆਪਣੇ ਆਪ ਨੂੰ ਹਰੇਕ ਉਸ ਚੀਜ਼ ਨਾਲੋਂ ਵੱਖਰਾ ਕਰ ਲੈਂਦਾ ਹੈ ਜੋ ਖੁਦਾ ਦੇ ਵਚਨ ਦਾ ਵਿਰੋਧ ਕਰਦੀ ਹੈ, ਜੋ ਪਰਮੇਸ਼ਰ ਦੇ ਵਚਨ ਦਾ ਵਿਰੋਧ ਕਰਦੀ ਹੈ, ਤਾਂ
ਤਾਂ ਉਹ ਇੱਕ ਨਜ਼ੀਰ ਬਣ ਜਾਂਦਾ ਇੱਕ ਹੈ, ਉਹ ਨਜ਼ੀਰ ਬਣ ਜਾਂਦਾ, ਇੱਕ ਵੱਖਰੀ ਕਿਸਮ ਬਣ ਜਾਂਦਾ ਹੈ, ਪੂਰੀ ਤਰ੍ਹਾਂ ਦਾ ਵੱਖਰਾਪਣ। ਪੂਰੀ ਤਰ੍ਹਾਂ ਦਾ ਵੱਖਰਾਪਨ। ਇਹਨੂੰ ਛੱਡਦਾ, ਪੂਰੀ ਤਰ੍ਹਾਂ ਦਾ ਵੱਖਰਾਪਨ। ਮੈਨੂੰ ਹੋ ਸਕਦਾ ਕਿ ਅਸੀਂ ਇਸ ਚੀਜ਼ ਨੂੰ ਥੋੜਾ ਸਮਾਂ ਲਵਾਂਗੇ, ਵੱਖਰੇਪਨ ਨੂੰ, ਨਜ਼ੀਰ ਨੂੰ ਵੀ ਲਵਾਂਗੇ, ਜੋ ਪਰਮੇਸ਼ਰ ਦੀ ਰਜ਼ਾ ਹੋਈ। ਤਾਂ ਅਸੀਂ ਇਹ ਅੱਜ ਤੁਹਾਡੇ ਨਾਲ ਗੱਲ ਕੀਤੀ ਹੈ, ਜੋ ਸੁਧਾਰ ਨਾਲ ਪ੍ਰੀਤ ਰੱਖਦਾ ਹੈ। ਬਾਣੀ ਸਾਡਾ ਸੁਧਾਰ ਕਰਦੀ ਹੈ। ਕੋਈ ਬੰਦਾ ਤੁਹਾਡਾ ਸੁਧਾਰ ਨਹੀਂ ਕਰ ਸਕਦਾ ਆਪਣੀਆਂ ਗੱਲਾਂ ਕਰਕੇ, ਕੋਈ ਬੰਦਾ ਤੁਹਾਨੂੰ ਸੁਧਾਰ ਨਹੀਂ ਸਕਦਾ। ਤੁਸੀਂ ਬਾਣੀ ਨੂੰ ਪੜ੍ਹੋ, ਬਾਣੀ ਤੁਹਾਡਾ ਸੁਧਾਰ ਕਰੇਗੀ। ਪਰ ਤੁਹਾਨੂੰ ਕਿਰਪਾ ਦੇਵੇ, ਪ੍ਰਭੂ ਤੁਹਾਡੀ ਮਦਦ ਕਰੇ, ਪ੍ਰਭੂ ਤੁਹਾਡੀ ਸਹਾਇਤਾ करे। ਅੱਖਾਂ बंद करते हैं, दुआ करते हैं। सच्चे जिंदा परमेश्वर तेरा धन्यवाद करते हैं, शुरू तो लैके एंड तक साड़ी मदद की है। ये असी दुआ करते हैं कि असी जिस तरह भी प्रभु तेरे बचन चो कुछ गल्लां लईआं ते उन्हां नूं तूं अपने जीवन, साडे जीवन च चलण दी शक्ति दे। तो मैं हो सकदा कि ਜਿਹੜੀਆਂ ਤਾਂ ਲਈਆਂ ਕਈ ਚੀਜ਼ਾਂ ਨਾਲ ਫਿੱਟ ਹੁੰਦੀਆਂ ਹੀ ਨਾ ਹੋਣ, ਪਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਕਿ ਜੋ ਕੁਛ ਮੈਂ ਲਿਆ ਉਹ ਤੇਰੇ ਬਚਨ ਚੋਂ ਲਿਆ। ਤੁਸੀਂ ਜੇ ਫਿਰੌਨ ਆਪਣੇ ਜੀਵਨ ਦਾ ਸੁਧਾਰ ਕਰਦਾ ਤਾਂ ਆਪਣੀਆਂ ਪਰਜਾ ਨਾ ਮਰਵਾਉਂਦਾ। ਅੱਜ ਵੀ ਅਸੀਂ ਸਭ ਸੁਧਾਰ ਕਰੀਏ, ਆਪਣਾ ਕਰੀਏ, ਘਰ ਦਾ ਸੁਧਾਰ ਕਰੀਏ, ਬੱਚਿਆਂ ਨੂੰ ਪ੍ਰਭੂ ਦੇ ਹਵਾਲੇ ਕਰੀਏ, ਔਰ ਆਪਣੇ ਘਰ ਨੂੰ, ਪਰਿਵਾਰਾਂ ਨੂੰ ਆਓ ਆਪਣੇ ਜੀਵਨ ਦਾ ਸੁਧਾਰ ਕਰੀਏ, ਜੀਵ ਦਾ ਸੁਧਾਰ ਕਰੀਏ, ਖਿਆਲਾਂ ਦਾ ਸੁਧਾਰ ਕਰੀਏ। ਐ ਪ੍ਰਭੂ ਮੇਰੀ ਕਮਜ਼ੋਰ ਦੀ ਮਦਦ ਕਰ। तो असी दसिया कि बाइबल चों जो इन्हां नूं तुछ जाणदा पशु दे मानदे। सो पशु नूं कोई नहीं पता हुंदा है किधर नूं मेरी खुरली है, वो पेशाब भी करदा है, ਉਹਦੇ ਵਿੱਚ ਗੋਹਾ भी कर लैंदा है। इस करके असी वो नहीं है, असी ऐसे इंसान नहीं है, असी पशु नहीं बनना। असी सुधरन की कोशिश करनी है, बिगड़न की कोशिश नहीं करनी। प्रभु जिथों तक तेरा वचन जाए, लोग तेरे को बरकत हो, यीशु के नाम। आमीन, आमीन। ठीक।